सुनो ट्रक जिद्दां दा भी चलाउने हो, मैनुअल ਜਾਂ ਆਟੋਮੈਟਿਕ, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 ਜਾਂ quicktrucklube.com। QTL because we care। Quick Truck Lube। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸ਼ਮਾਦਾਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਚਰਚਿਤ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ ਸਾਹਿਬ। ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ 'ਚ। ਸ਼ੁਕਰੀਆ ਜੀ, ਮਿਹਰਬਾਨੀ, ਸਤਿ ਸ੍ਰੀ ਅਕਾਲ। ਢਿੱਲੋਂ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ, ਕੱਲ੍ਹ ਹੋਵੇਗਾ ਅੰਤਿਮ ਸੰਸਕਾਰ। ਇਸ ਖਬਰ ਤੇ ਸਭ ਦੀ ਨਜ਼ਰ। ਹਾਂਜੀ ਬਿਲਕੁਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੱਲ੍ਹ ਸ਼ਾਮ 7:42 ਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਉਹ ਪਿਛਲੇ ਕਈ ਦਿਨਾਂ ਤੋਂ ਸਾਹ ਦੀ ਬਿਮਾਰੀ ਕਾਰਨ ਹਸਪਤਾਲ ਦੇ ਵਿੱਚ ਦਾਖਲ ਸੀ। ਜਾਪਦਾ ਸੀ ਕਿ ਉਮਰ ਵੱਡੀ ਹੈ ਤੇ ਮੰਦਭਾਗੀ ਖਬਰ ਕਦੇ ਵੀ ਆ ਸਕਦੀ ਹੈ। ਪਰਿਵਾਰਕ ਮੈਂਬਰ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਬੀਬੀ ਹਰਸਿਮਰਤ ਕੌਰ ਬਾਦਲ, ਉਹਨਾਂ ਦੀ ਬੇਟੀ ਬਾਦਲ ਸਾਹਿਬ ਦੀ ਪੋਤੀ, ਇਹ ਆਪਣਾ ਸਾਰਾ ਕੰਮ ਧੰਦਾ ਛੱਡ ਕੇ, ਖਾਸ ਕਰਕੇ ਜਲੰਧਰ ਦੀ ਬਾਈ ਇਲੈਕਸ਼ਨ ਨੂੰ ਛੱਡ ਕੇ, ਬਾਦਲ ਸਾਹਿਬ ਦੇ ਬੇਟਾ ਤੇ ਨੂੰਹ, ਉਹ ਮੋਹਾਲੀ ਦੇ ਵਿੱਚ ਹੀ ਫੋਰਟਸ ਹਸਪਤਾਲ ਦੇ ਵਿੱਚ ਹੀ ਮੌਜੂਦ ਸੀ। ਪਰ ਕੱਲ੍ਹ ਸਵੇਰੇ ਖਬਰ ਇਹ ਆ ਗਈ ਸੀ ਕਿ ਬਾਦਲ ਸਾਹਿਬ ਦੀ ਸਥਿਤੀ ਹੈ ਜਿਹੜੀ ਪਹਿਲਾਂ ਨਾਲੋਂ ਬਿਹਤਰ ਹੈ। ਅਤੇ ਸ਼ਾਮ ਨੂੰ ਫਿਰ ਖਬਰ ਆਈ ਗਈ ਕਿ ਬਾਦਲ ਸਾਹਿਬ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਬਾਦਲ ਸਾਹਿਬ ਸਾਡੇ ਦੇਸ਼ ਦੇ ਜਿਹੜੇ ਸੀਨੀਅਰ ਆਗੂ ਹੈ ਉਹਨਾਂ ਦੇ ਵਿੱਚੋਂ ਇੱਕ ਸੀ, ਔਰ ਉਹਨਾਂ ਦੀ ਖਬਰ, ਮੌਤ ਦੀ ਖਬਰ ਹੈ ਜਿਹੜੀ ਜੰਗਲ ਦੀ ਅੱਗ ਵਾਂਗ ਫੈਲ ਗਈ। ਸਾਰੇ ਥਾਵਾਂ ਤੋਂ ਟੈਲੀਫੋਨ ਖੜਕਣੇ ਸ਼ੁਰੂ ਹੋ ਗਏ। ਲੋਕ ਪੁੱਛ ਰਹੇ ਸੀ ਕਿ ਕੀ ਹੋ ਗਿਆ, ਕੀ ਹੋ ਗਿਆ। ਅੱਜ ਉਹਨਾਂ ਦਾ ਜਿਹੜਾ ਮ੍ਰਿਤਕ ਸਰੀਰ ਹੈ ਹੌਸਪੀਟਲ 'ਚੋਂ ਲਿਆਂਦਾ ਗਿਆ ਔਰ ਅਕਾਲੀ ਦਲ ਦੇ ਹੈੱਡਕੁਆਟਰ ਦੇ ਵਿੱਚ ਰੱਖਿਆ ਗਿਆ। ਉਹਨਾਂ ਦੇ ਚਾਹੁਣ ਵਾਲੇ, ਉਹਨਾਂ ਨੂੰ ਦੇਖਣ ਵਾਲੇ ਬਹੁਤੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਸਾਰੇ ਉਹਨਾਂ ਨੂੰ ਅਲਵਿਦਾ ਕਹਿਣ ਵਾਸਤੇ ਆਏ, ਉਹਨਾਂ ਦੇ ਅੰਤਿਮ ਦਰਸ਼ਨ ਕਰਨ ਵਾਸਤੇ ਆਏ। ਉੱਥੋਂ ਹੁਣ ਉਹਨਾਂ ਦੀ ਬਾਡੀ ਜਿਹੜੀ ਹੈਗੀ ਆ ਉਹ ਇੱਧਰ ਨੂੰ ਚੱਲ ਪਈ ਹੈ। ਰਾਜਪੁਰਾ, ਪਟਿਆਲਾ, ਸੰਗਰੂਰ, ਬਰਨਾਲਾ, ਰਾਮਪੁਰਾ ਫੂਲ ਹੁੰਦੇ ਹੋਏ ਬਠਿੰਡਾ ਵਿੱਚ ਦੀ ਹੋ ਕੇ ਅਤੇ ਬਾਦਲ ਪਿੰਡ ਨੂੰ ਜਾਣਾ। ਕੱਲ੍ਹ ਦੁਪਹਿਰ 1 ਵਜੇ ਉਹਨਾਂ ਦਾ ਸੰਸਕਾਰ ਹੈ ਜਿਹੜਾ ਬਾਦਲ ਪਿੰਡ 'ਚ ਕੀਤਾ ਜਾਊ। ਇਹ ਤੋਂ ਪਹਿਲਾਂ ਜੇ ਦੇਖੀਏ ਆਪਾਂ, ਪਰਿਵਾਰਕ ਸੰਸਕਾਰ ਹੈ ਜਿਹੜੇ, ਉਹ ਮਾਨਾ ਵਾਲੀ ਸੜਕ ਹੈ ਜਿਹੜੀ, ਉਹਦੇ 'ਤੇ ਦਾਣਾ ਮੰਡੀ ਹੈ, ਉੱਥੇ ਹੁੰਦੇ ਰਹੇ। ਦਾਣਾ ਮੰਡੀ ਦੇ ਨਾਲ ਹੀ ਇਹਨਾਂ ਦੇ ਆਪਣਾ ਪਰਿਵਾਰਕ ਸ਼ਮਸ਼ਾਨ ਘਾਟ ਬਣਿਆ ਹੋਇਆ। ਪਰ ਕਿਉਂਕਿ ਸਾਰੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਆਉਣ ਦੇ ਚਰਚੇ ਹੈ, ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਵੀ ਕਿਤੇ ਥਾਂ ਛੋਟਾ ਨਾ ਪੈ ਜੇ, ਔਰ ਇਹਦੇ 'ਤੇ ਫਿਰ ਪਰਿਵਾਰ ਨੇ ਫੈਸਲਾ ਕੀਤਾ ਕਿ ਬਾਦਲ ਸਾਹਿਬ ਦਾ ਅੰਤਿਮ ਸੰਸਕਾਰ ਉਹਨਾਂ ਦੇ ਘਰ ਤੋਂ ਥੋੜ੍ਹੀ ਦੂਰ ਸਥਿਤ ਜਿਹੜਾ ਉਹਨਾਂ ਦਾ ਬਾਗ ਹੈ, ਜੱਦੀ ਖੇਤ ਹੈ, ਕਿੰਨੂਆਂ ਦਾ ਬਾਗ ਹੈ, ਉੱਥੇ ਕਰ ਦਿੱਤਾ ਜਾਵੇ। ਔਰ ਉੱਥੇ ਜਿਹੜਾ 2 ਏਕੜ ਦਾ ਏਰੀਆ ਹੈ, ਉਹਦੇ ਵਿੱਚ ਕਿੰਨੂ ਦਾ ਬਾਗ ਲੱਗਿਆ ਹੋਇਆ ਸੀ। ਇਹ ਬਾਗ ਵੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਜ਼ੇਰੇ ਨਿਗਰਾਨੀ ਲਵਾਇਆ ਹੋਇਆ ਸੀ। ਉਸ ਬਾਗ ਦੀ ਹੁਣ ਪਟਾਈ ਹੋ ਰਹੀ ਹੈ। ਉਹਦੀ ਪਟਾਈ ਹੋਣ ਤੋਂ ਬਾਅਦ ਉੱਥੇ ਇੱਕ ਚਬੂਤਰਾ ਬਣਾਇਆ ਜਾਣਾ ਹੈ ਅਤੇ ਉਸ ਚਬੂਤਰੇ ਦੇ ਉੱਤੇ ਉਹਨਾਂ ਦਾ ਅੰਤਿਮ ਸੰਸਕਾਰ ਹੋਊਗਾ। ਅੱਜ ਵੀ ਜਦੋਂ ਉਹਨਾਂ ਨੂੰ ਉੱਥੋਂ ਵਿਦਾ ਕੀਤਾ ਗਿਆ ਚੰਡੀਗੜ੍ਹ ਦਫ਼ਤਰ ਦੇ ਵਿੱਚੋਂ, ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਆਗੂ ਆ ਜਿਹੜੇ ਉੱਥੇ ਪਹੁੰਚੇ ਹੋਏ ਸੀ। ਅਸੀਂ ਦੇਖੀਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਬਰ ਮਿਲਦੇ ਹੀ ਰਾਤੀ ਚਲੇ ਗਏ ਸੀ ਹਸਪਤਾਲ। ਅੱਜ ਵੀ ਉਹ ਦਿਨੇ ਉੱਥੇ ਆਏ ਸੀ। ਇਸੇ ਤਰੀਕੇ ਵੱਖ ਵੱਖ ਪਾਰਟੀਆਂ ਦੇ ਲੋਕ
ਔਰ ਪੰਜਾਬ ਭਰ ਦੇ ਵਿੱਚੋਂ ਜਿਹੜੇ ਉਹਨਾਂ ਨੂੰ ਮਿਲਣ ਵਾਲੇ ਲੋਕ ਹੈ ਉਹ ਉੱਥੇ ਆਏ ਹੈ। ਇਹ ਗੱਲ ਜਿਹੜੀ ਹੈ ਬਾਦਲ ਪਿੰਡ ਤੇ ਲੰਬੀ ਇਲਾਕੇ ਦੇ ਵਿੱਚ ਕਾਫੀ ਜਿਹੜੀ ਹੈਗੀ ਹੈ ਦੁੱਖ ਨਾਲ ਲੋਕਾਂ ਨੇ ਸੁਣੀ ਹੈ। ਔਰ ਬਾਦਲ ਪਿੰਡ ਦੀ ਸਥਿਤੀ ਤਾਂ ਇਹ ਹੈ ਕਿ ਉੱਥੇ ਜਿਹੜੇ ਉਹਨਾਂ ਦੇ ਨਾਲ ਮਿਲਣ ਗਿਲਣ ਵਾਲੇ ਲੋਕ ਹੈ ਉਹਨਾਂ ਦੇ ਵਿੱਚ ਇੱਕ ਕਿਸਮ ਦੀ ਸਮਝ ਲਓ ਵੀ ਤੁਸੀਂ ਇੰਨੀ ਨਿਰਾਸ਼ਾ ਫੈਲੀ ਹੋਈ ਹੈ ਕਿ ਉਹਨਾਂ ਦੀਆਂ ਅੱਖਾਂ ਦੇ ਹੰਝੂ ਨਹੀਂ ਰੁਕ ਰਹੇ। ਬਾਦਲ ਸਾਹਿਬ ਨੇ ਬਹੁਤ ਲੰਬੀ ਪਾਰੀ ਖੇਡੀ ਹੈ। 1948 ਦੇ ਵਿੱਚ ਪਹਿਲੀ ਵਾਰ 20 ਸਾਲ ਦੀ ਉਮਰ 'ਚ ਉਹ ਆਪਣੇ ਪਿੰਡ ਦੇ ਸਰਪੰਚ ਬਣਦੇ ਹੈ। ਉਹ ਤੋਂ ਬਾਅਦ ਫਿਰ ਉਹ ਬਲਾਕ ਸੰਮਤੀ ਲੰਬੀ ਦੇ ਚੇਅਰਮੈਨ ਬਣਦੇ ਹੈ। 1957 ਦੇ ਵਿੱਚ ਬਾਦਲ ਸਾਹਿਬ ਪਹਿਲੀ ਵਾਰੀ ਚੋਣ ਲੜਦੇ ਹੈ ਵਿਧਾਨ ਸਭਾ ਹਲਕਾ ਮਲੋਟ ਤੋਂ, MLA ਚੁਣੇ ਜਾਂਦੇ ਹੈ। 57 ਤੋਂ ਬਾਅਦ ਫਿਰ ਉਹ 69 ਦੇ ਵਿੱਚ ਚੋਣ ਲੜਦੇ ਹੈ। 67 ਵਾਲੀ ਚੋਣ ਉਹ ਹਾਰ ਜਾਂਦੇ ਹੈ। ਫਿਰ 1969 ਦੇ ਵਿੱਚ ਉਹ ਦੁਬਾਰਾ ਚੋਣ ਲੜਦੇ ਹੈ ਅਤੇ ਆਪਣੀ ਪੰਜਾਬ ਦੀ ਕੈਬਨਿਟ ਜਾਂ ਮੰਤਰੀ ਮੰਡਲ ਕਹਿ ਲਈਏ ਆਪਾਂ, ਜਿਹਦੇ ਮੁਖੀ ਉਸ ਵੇਲੇ ਜਸਟਿਸ ਗੁਰਨਾਮ ਸਿੰਘ ਹੁੰਦੇ ਸੀ, ਉਹਦੇ ਵਿੱਚ ਇਹ ਸਟੇਟ ਮਿਨਿਸਟਰ ਬਣਦੇ ਆ ਰੂਰਲ ਡਿਵੈਲਪਮੈਂਟ ਅਤੇ ਪੰਚਾਇਤਾਂ ਦੇ। ਔਰ 70 ਦੇ ਵਿੱਚ ਆ ਕੇ ਬਾਦਲ ਸਾਹਿਬ ਪਹਿਲੀ ਵਾਰੀ ਮੁੱਖ ਮੰਤਰੀ ਬਣਦੇ ਹੈ। ਫਿਰ ਉਹ ਤੋਂ ਬਾਅਦ ਇਹ ਵਿਰੋਧੀ ਧਿਰ ਦੇ ਆਗੂ ਬਣ ਜਾਂਦੇ ਹੈ। 77 ਦੇ ਵਿੱਚ ਦੁਬਾਰਾ ਚੋਣ ਹੁੰਦੀ ਹੈ ਵਿਧਾਨ ਸਭਾ ਦੀ, ਪਰ ਵਿਧਾਨ ਸਭਾ ਤੋਂ ਪਹਿਲਾਂ ਪਾਰਲੀਮੈਂਟ ਦੀ ਚੋਣ ਹੁੰਦੀ ਹੈ ਕਿਉਂਕਿ ਉਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਸੀ। ਐਮਰਜੈਂਸੀ ਦੇ ਖਿਲਾਫ ਇੱਕ ਮੋਰਚਾ ਲੱਗਿਆ ਸੀ ਔਰ ਉਸ ਮੋਰਚੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਜਦੋਂ ਐਮਰਜੈਂਸੀ ਹਟ ਗਈ, ਮੋਰਚਾ ਚੁੱਕਿਆ ਗਿਆ, ਤਾਂ ਫਿਰ ਵੱਡੇ ਅਕਾਲੀ ਲੀਡਰਾਂ ਨੇ ਵੱਖ-ਵੱਖ ਥਾਵਾਂ ਤੋਂ ਚੋਣਾਂ ਲੜੀਆਂ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਦੋਂ ਫਰੀਦਕੋਟ ਤੋਂ ਚੋਣ ਲੜੀ ਸੀ। ਸੁਰਜੀਤ ਸਿੰਘ ਬਰਨਾਲਾ ਨੇ ਸੰਗਰੂਰ ਤੋਂ, ਸਰਦਾਰ ਗੁਰਚਰਨ ਸਿੰਘ ਟੌੜਾ ਨੇ ਪਟਿਆਲਾ ਤੋਂ, ਔਰ ਲੁਧਿਆਣਾ ਤੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਹੋਰਾਂ ਨੇ। ਬਾਦਲ ਸਾਹਿਬ ਨੂੰ ਕੇਂਦਰ ਦੇ ਵਿੱਚ ਬਣਾ ਦਿੱਤਾ ਸੀ ਖੇਤੀਬਾੜੀ ਮੰਤਰੀ, ਲੇਕਿਨ 77 ਦੀਆਂ ਚੋਣਾਂ ਜਦੋਂ ਆ ਗਏ ਤਾਂ ਫਿਰ ਇਹਨਾਂ ਨੇ ਉੱਥੋਂ ਅਸਤੀਫਾ ਦਿੱਤਾ ਸੀ। ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਪੰਜਾਬ ਦੀ ਬਾਗਡੋਰ ਇਹਨਾਂ ਦੇ ਸਪੁਰਦ ਕੀਤੀ ਜਾਵੇ ਔਰ ਫਿਰ ਇਹਨਾਂ ਨੇ 77 ਦੇ ਵਿੱਚ ਚੋਣ ਲੜ ਕੇ ਪੰਜਾਬ ਦੇ ਮੁੱਖ ਮੰਤਰੀ ਬਣਦੇ ਹੈ। 1980 ਦੇ ਵਿੱਚ ਇਹਨਾਂ ਦੀ ਸਰਕਾਰ ਹੈ ਟੁੱਟ ਗਈ ਸੀ ਕਿਉਂਕਿ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ ਭਾਰਤ 'ਚ ਬਣੀ ਸੀ ਉਹ ਟੁੱਟ ਗਈ ਸੀ। ਉਹ ਤੋਂ ਬਾਅਦ ਨਵੀਂ ਜਿਹੜੀ ਕਾਂਗਰਸ ਪਾਰਟੀ ਦੀ ਇੰਦਰਾ ਗਾਂਧੀ ਦੀ ਸਰਕਾਰ ਆਈ ਸੀ, ਉਹਨਾਂ ਨੇ ਕਈ ਅਸੈਂਬਲੀਆਂ ਤੋੜਤੀਆਂ ਸੀ, ਪੰਜਾਬ ਦੀ ਅਸੈਂਬਲੀ ਵੀ ਉਹਦੇ ਸੀ। 1980 ਦੇ ਵਿੱਚ ਫਿਰ ਸਰਦਾਰ ਦਰਬਾਰਾ ਸਿੰਘ ਪੰਜਾਬ ਦੇ ਚੀਫ ਮਿਨਿਸਟਰ ਬਣ ਜਾਂਦੇ ਹੈ ਅਤੇ ਫਿਰ ਪੰਜਾਬ ਦਾ ਉਹ ਮਾੜਾ ਦੌਰ ਸ਼ੁਰੂ ਹੁੰਦਾ ਹੈ, ਜਿਸ ਦੌਰ ਨੂੰ ਆਪਾਂ ਕਾਲੇ ਦੌਰ ਵਜੋਂ ਜਾਣੇ ਜਾਂਦੇ ਹਾਂ। ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਵੀ ਕੀਤਾ, ਕੋਸ਼ਿਸ਼ ਵੀ ਕੀਤੀ ਕਿ ਇਹਦੀ ਜਿਹੜੀ ਹੈਗੀ ਹੈ ਦੁਖਾਂਤ ਨੂੰ ਟਾਲਿਆ ਜਾਵੇ, ਲੇਕਿਨ ਟਲਿਆ ਨਹੀਂ। ਔਰ ਫਿਰ ਜਿਹੜੀ ਹੈਗੀ ਹੈ 86 ਦੇ ਵਿੱਚ ਚੋਣ ਹੁੰਦੀ ਹੈ। ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ ਹੁੰਦਾ ਹੈ। ਫਿਰ ਜਿਹੜੀ ਅਗਲੀ ਚੋਣ ਹੁੰਦੀ ਹੈ, ਉਸ ਚੋਣ ਦੇ ਵਿੱਚ ਭਾਵੇਂ ਪ੍ਰਕਾਸ਼ ਸਿੰਘ ਬਾਦਲ ਜਿੱਤ ਜਾਂਦੇ ਆ, ਲੇਕਿਨ ਉਦੋਂ ਤੱਕ ਫੈਸਲਾ ਹੋ ਗਿਆ ਸੀ ਕਿ ਚੀਫ ਮਿਨਿਸਟਰ ਸੁਰਜੀਤ ਸਿੰਘ ਬਰਨਾਲਾ ਬਣਨਗੇ। ਬਾਦਲ ਸਾਹਿਬ ਨੇ 1991 ਦੀ ਚੋਣ ਆਪ ਨਹੀਂ ਸੀ ਲੜੀ, ਆਪਦੇ ਦਲ ਨੂੰ ਲੜਾਈ ਸੀ, ਲੇਕਿਨ ਉਦੋਂ ਇਹਨਾਂ ਦੇ 25, 26 ਪਤਾ ਨਹੀਂ 27 ਜਿਹੜੇ ਸੀ ਕੈਂਡੀਡੇਟ ਉਹ ਮਾਰੇ ਗਏ ਸੀ ਔਰ ਉਹ ਐਨ ਅੰਤਲੇ ਸਮੇਂ ਦੇ ਉੱਤੇ ਇਲੈਕਸ਼ਨ ਜਿਹੜੀ ਹੈ ਮੁਲਤਵੀ ਹੋ ਗਈ ਸੀ। ਅਤੇ ਬਾਅਦ 'ਚ ਜਿਹੜੀ 92 ਦੀ ਇਲੈਕਸ਼ਨ ਹੋਈ ਹੈ, ਫਿਰ 92 ਦੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਭਾਗ ਨਹੀਂ ਸੀ ਲਿਆ। ਨਤੀਜਾ ਇਹ ਹੋਇਆ ਸੀ ਕਿ ਬੇਅੰਤ ਸਿੰਘ ਦੀ ਸਰਕਾਰ ਬਣ ਗਈ। ਬੇਅੰਤ ਸਿੰਘ ਦਾ 95 'ਚ ਕਤਲ ਹੋ ਜਾਂਦਾ ਹੈ। ਉਹਨਾਂ ਤੋਂ ਬਾਅਦ ਹਰਚਰਨ ਸਿੰਘ ਬਰਾੜ ਚੀਫ ਮਿਨਿਸਟਰ ਬਣਦੇ ਹੈ, ਲੇਕਿਨ ਉਹ ਬਹੁਤਾ ਚੱਲੇ ਨਹੀਂ ਅਤੇ ਫਿਰ ਬੀਬੀ ਰਜਿੰਦਰ ਕੌਰ ਭੱਠਲ ਚੀਫ ਮਿਨਿਸਟਰ ਬਣਦੀ ਹੈ। 97 ਦੇ ਵਿੱਚ ਦੁਬਾਰਾ ਚੋਣ ਹੁੰਦੀ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਫਿਰ ਮੁੱਖ ਮੰਤਰੀ ਬਣਦੇ ਹੈ। 97 ਤੋਂ ਲੈ ਕੇ 2002 ਤੱਕ ਮੁੱਖ ਮੰਤਰੀ ਰਹਿੰਦੇ ਹੈ। ਫਿਰ 2007 ਤੋਂ ਲੈ ਕੇ ਲਗਾਤਾਰ 10 ਸਾਲ ਉਹ ਮੁੱਖ ਮੰਤਰੀ ਰਹਿੰਦੇ। ਕੁੱਲ ਮਿਲਾ ਕੇ ਆਪਾਂ ਦੇਖੀਏ ਅਤੇ ਬਾਦਲ ਸਾਹਿਬ ਦੀ ਜਿਹੜੀ ਹੈਗੀ ਹੈ ਬਤੌਰ ਮੁੱਖ ਮੰਤਰੀ ਟਨਿਓਰ ਉਹ ਬਣਦੀ ਹੈ ਕੋਈ 16 ਸਾਲ। ਪਰ ਜੇ ਆਪਾਂ ਦੇਖੀਏ ਉਹ 5 ਵਾਰੀ ਮੁੱਖ ਮੰਤਰੀ ਬਣਦੇ ਹੈ, 11 ਵਾਰੀ MLA ਬਣਦੇ ਹੈ, 1 ਵਾਰੀ ਉਹ ਪਾਰਲੀਮੈਂਟ ਦੇ ਮੈਂਬਰ ਬਣਦੇ ਹੈ। ਔਰ ਇਸ ਉਮਰ ਦੇ ਵਿੱਚ ਹੁਣ ਬਾਦਲ ਸਾਹਿਬ ਜਿਹੜੇ ਕਾਫੀ ਵੱਡੀ ਉਮਰ ਸੀ, ਕਿਹਾ ਜਾਂਦਾ ਉਹਨਾਂ ਦੀ ਉਮਰ 95 ਸਾਲ ਹੈ, ਪਰ ਮੇਰੇ ਖਿਆਲ ਮੁਤਾਬਕ 95 ਸਾਲ ਤੋਂ ਵੱਧ ਸੀ। ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਰੇਡੀਓ ਪੰਜਾਬ ਟੂਡੇ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜੀ। ਬਾਦਲ ਸਾਹਿਬ ਦੀ ਮੌਤ ਤੇ ਭਾਰਤ ਸਰਕਾਰ ਨੇ 2 ਦਿਨ ਦਾ ਸੋਗ ਦਾ ਐਲਾਨ ਵੀ ਕੀਤਾ ਜੀ, ਇਹਨੂੰ ਕਿਸ ਤਰ੍ਹਾਂ ਦੇਖਦੇ? ਨਹੀਂ, ਇਹ ਕਰਨਾ ਬਣਦਾ ਸੀ ਕਿਉਂਕਿ ਬਾਦਲ ਸਾਹਿਬ ਦੇਸ਼ ਦੇ ਬਹੁਤ ਵੱਡੇ ਸਿਆਸਤਦਾਨ ਹੈ। ਭਾਰਤ ਦੇ ਵਿੱਚ ਇਸ ਵੇਲੇ ਜਿਹੜੀ ਸਰਕਾਰ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਹੈ। ਔਰ 1996 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀ ਇੱਥੇ ਲੋਕ ਸਭਾ ਦੀਆਂ,
ਉਹ ਚੋਣਾਂ ਅਕਾਲੀ ਦਲ ਨੇ ਤੇ BSP ਨੇ, ਬਹੁਜਨ ਸਮਾਜ ਪਾਰਟੀ ਨੇ ਮਿਲ ਕੇ ਲੜੀਆਂ ਸੀ। ਲੇਕਿਨ ਉਹ ਤੋਂ ਬਾਅਦ ਜਦੋਂ ਸਰਕਾਰ ਬਣਾਉਣ ਦਾ ਸਵਾਲ ਆਇਆ ਤਾਂ BSP ਨਾਲ ਰਹਿ ਕੀਤੇ ਤੋਂ ਬਗੈਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਹਿਤਾ ਸੀ ਕਿ ਅਸੀਂ ਬਿਨਾਂ ਸ਼ਰਤ ਜਿਹੜੀ ਹੈ BJP ਨੂੰ, ਖਾਸ ਕਰਕੇ ਅਟਲ ਬਿਹਾਰੀ ਵਾਜਪਾਈ ਨੂੰ ਬਿਨਾਂ ਸ਼ਰਤ ਅਸੀਂ ਹਮਾਇਤ ਦਿੰਦੇ ਹਾਂ। ਉਹਨਾਂ ਦਿਨਾਂ 'ਚ ਦਲਵੀਰ ਜੀ ਇਹ ਵੀ ਗੱਲ ਆ ਗਈ ਸੀ ਕਿ ਜਦੋਂ ਇਹ ਚੋਣਾਂ ਹੋ ਗਈਆਂ ਸੀ ਤਾਂ ਜਿਹੜੀਆਂ ਰੀਜਨਲ ਪਾਰਟੀਆਂ ਨੇ ਇੱਕ ਫੈਸਲਾ ਕੀਤਾ ਸੀ ਕਿ ਆਪਾਂ ਆਪਣਾ ਕੋਈ ਪ੍ਰਾਈਮ ਮਿਨਿਸਟਰ ਬਣਾਈਏ। ਇੱਕ ਗੈਰ ਰਸਮੀ ਮੀਟਿੰਗ ਵੀ ਹੋ ਗਈ ਸੀ ਅਤੇ ਉਸ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਸੀ ਕਿ ਤਜਰਬੇਕਾਰ ਬੰਦਾ ਕੌਣ ਹੈ। ਤਜਰਬੇਕਾਰੀ ਦੇ ਲਿਹਾਜ਼ ਨਾਲ ਜੇ ਆਪਾਂ ਦੇਖੀਏ ਤਾਂ ਪ੍ਰਕਾਸ਼ ਸਿੰਘ ਬਾਦਲ ਜਦੋਂ ਖੇਤੀਬਾੜੀ ਦਾ ਮਹਿਕਮਾ ਛੱਡ ਕੇ ਪੰਜਾਬ 'ਚ ਵਾਪਸ ਆ ਗਏ ਸੀ, ਮੁੱਖ ਮੰਤਰੀ ਬਣ ਗਏ ਸੀ, ਉਹਨਾਂ ਦੀ ਥਾਂ ਤੇ ਉੱਤੇ ਕੇਂਦਰ ਦੇ ਵਿੱਚ ਜਿਹੜੀ ਹੈ ਆਪਣੀ ਮੁਰਾਰਜੀ ਦੇਸਾਈ ਦੀ ਸਰਕਾਰ ਵਿੱਚ ਸਰਦਾਰ ਸੁਰਜੀਤ ਸਿੰਘ ਬਰਨਾਲਾ ਖੇਤੀਬਾੜੀ ਮੰਤਰੀ ਬਣ ਗਏ ਸੀ। ਔਰ ਖੇਤੀਬਾੜੀ ਮੰਤਰੀ ਵਜੋਂ ਉਹਨਾਂ ਦਾ ਜਿਹੜੀ ਹੈ ਕਾਰਗੁਜ਼ਾਰੀ ਉਹ ਤਸੱਲੀ ਬਖਸ਼ ਸੀ। ਇਸ ਲਈ ਰੀਜਨਲ ਪਾਰਟੀਆਂ ਨੇ ਫੈਸਲਾ ਕਰ ਲਿਆ ਸੀ ਕਿ ਪ੍ਰਧਾਨ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਬਣਾ ਲਿਆ ਜਾਵੇ। ਪਰ ਬਾਦਲ ਸਾਹਿਬ ਨੇ ਜਦੋਂ ਬਿਨਾਂ ਸ਼ੱਕ, ਕਿਉਂਕਿ ਉਹ ਆਲੇ ਨਾਲ ਸੀਗੇ, ਪ੍ਰਧਾਨ ਵੀ ਹੋਈ ਸੀ ਅਕਾਲੀ ਦਲ ਦੇ, ਉਹਨਾਂ ਨੇ ਬਿਨਾਂ ਸ਼ੱਕ ਜਦੋਂ ਇਹ ਬਿਨਾਂ ਸ਼ਰਤ ਇਹ ਐਲਾਨ ਕਰਤਾ ਕਿ ਅਸੀਂ ਮਦਦ ਦੇਵਾਂਗੇ ਇਹਨਾਂ ਨੂੰ, ਤਾਂ ਉਸ ਵੇਲੇ ਸਰਕਾਰ ਬਣ ਗਈ ਸੀ। ਔਰ ਉਹ ਸਰਕਾਰ ਚੱਲੀ ਸੀ ਸਿਰਫ 13 ਦਿਨ। ਭਰੋਸੇ ਦਾ ਮਤ ਉਹਨਾਂ ਤੋਂ ਹਾਸਲ ਨਹੀਂ ਹੋਇਆ ਸੀ ਅਤੇ ਫਿਰ ਉਹ ਟੁੱਟ ਗਈ ਸੀ। ਉਦੋਂ ਤੋਂ ਲੈ ਕੇ ਲਗਾਤਾਰ ਅਕਾਲੀ ਦਲ ਦਾ ਗੱਠਜੋੜ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ। ਹੁਣ ਇਸ ਵੇਲੇ ਸਾਡੇ ਜਿਹੜੇ ਹੈਗੇ ਪ੍ਰਧਾਨ ਮੰਤਰੀ ਉਹ ਨਰਿੰਦਰ ਮੋਦੀ ਹੈ। ਅਤੇ 2019 ਦੀਆਂ ਚੋਣਾਂ ਵੱਲ ਤੁਸੀਂ ਨਿਗਾਹ ਮਾਰੋ। ਅੱਜ ਸ਼ਾਇਦ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਪ੍ਰਿੰਟ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਤਸਵੀਰਾਂ ਦੇਖ ਵੀ ਲਈਆਂ ਹੋਣਗੀਆਂ। ਮੈਂ ਉਸ ਵੇਲੇ ਦੀਆਂ ਤਸਵੀਰਾਂ ਦਾ ਜ਼ਿਕਰ ਕਰਦਾ। ਵਾਰਾਣਸੀ ਤੋਂ ਚੋਣ ਲੜੀ ਸੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ। ਉਹਨਾਂ ਦੇ ਨੋਮੀਨੇਸ਼ਨ ਪੇਪਰ ਫਾਈਲ ਕਰਵਾਉਣ ਵਾਸਤੇ ਪ੍ਰਕਾਸ਼ ਸਿੰਘ ਬਾਦਲ ਨੂੰ ਉਚੇਚੇ ਤੌਰ 'ਤੇ ਬੁਲਾਇਆ ਗਿਆ ਸੀ। ਔਰ ਬਾਦਲ ਸਾਹਿਬ ਜਦੋਂ ਉੱਥੇ ਗਏ ਸੀ ਅਤੇ ਉੱਥੇ ਪਹਿਲਾਂ ਇੱਕ ਬਹੁਤ ਵੱਡੀ ਰੈਲੀ ਹੋਈ ਸੀ। ਉਸ ਰੈਲੀ ਨੂੰ ਹੋਰਾਂ ਤੋਂ ਇਲਾਵਾ ਬਾਦਲ ਸਾਹਿਬ ਨੇ ਵੀ ਐਡਰੈਸ ਕੀਤਾ ਸੀ। ਅਤੇ ਜਦੋਂ ਨੋਮੀਨੇਸ਼ਨ ਪੇਪਰ ਦਾਖਲ ਕਰਨ ਜਾਣਾ ਸੀ, ਨਰਿੰਦਰ ਮੋਦੀ ਨੇ ਉਸ ਵੇਲੇ ਬਾਦਲ ਸਾਹਿਬ ਦੇ ਗੋਡੀ ਹੱਥ ਲਾਏ ਸੀ। ਇਸੇ ਤਰੀਕੇ ਫਿਰ ਬਾਦਲ ਸਾਹਿਬ ਚਲੇ ਗਏ ਸੀ ਅਹਿਮਦਾਬਾਦ, ਜਦੋਂ ਅਮਿਤ ਸ਼ਾਹ ਨੇ ਆਪਣੇ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਸੀ, ਉਹਨਾਂ ਨੇ ਵੀ ਉਹਨਾਂ ਦੇ ਪੈਰੀ ਹੱਥ ਲਾਏ ਸੀ। ਸੋ ਇਹ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧੀ ਧਿਰਾਂ ਦੇ ਵਿੱਚ ਬੜਾ ਵੱਡਾ ਸਤਿਕਾਰ ਹੈ, ਇੱਜ਼ਤ ਹੈ ਉਹਨਾਂ ਦੀ। ਤੁਸੀਂ ਦੇਖੋ ਕਿ ਜਦੋਂ ਉਹਨਾਂ ਦੀ ਮੌਤ ਦੀ ਖਬਰ ਆਉਂਦੀ ਹੈ, ਪਹਿਲਾਂ ਮੌਤ ਦੀ ਖਬਰ ਤੋਂ ਪਹਿਲਾਂ ਜਦੋਂ ਉਹਨਾਂ ਦੀ ਬਿਮਾਰੀ ਦਾ ਪਤਾ ਲੱਗਦਾ ਹੈ, ਅਮਿਤ ਸ਼ਾਹ ਹੋਰਾਂ ਨੇ ਟੈਲੀਫੋਨ ਕਰਕੇ ਸੁਖਬੀਰ ਬਾਦਲ ਤੋਂ ਉਹਨਾਂ ਦਾ ਹਾਲ ਚਾਲ ਪੁੱਛਿਆ ਸੀ ਕਿ ਹਾਲ ਚਾਲ ਕੀ ਹੈ। ਬਾਅਦ ਦੇ ਵਿੱਚ ਜੇ ਪ੍ਰਧਾਨ ਮੰਤਰੀ ਸਾਹਿਬ, ਜੋ ਕੱਲ੍ਹ ਸ਼ਾਮੀ ਪਤਾ ਲੱਗਿਆ ਕਿ ਇਹ ਗੱਲ ਹੋ ਗਈ, ਪ੍ਰਧਾਨ ਮੰਤਰੀ ਸਾਹਿਬ ਨੇ ਦੁੱਖਤਾ ਪ੍ਰਗਟ ਕਰਨੇ ਸੀ ਅਤੇ ਨਾਲ ਦੀ ਨਾਲ ਹੀ ਉਹਨਾਂ ਨੇ ਐਲਾਨ ਕਰਤਾ ਸੀ ਕਿ ਦੇਸ਼ ਭਰ ਦੇ ਵਿੱਚ 2 ਦਿਨਾਂ ਦਾ ਸੋਗ ਮਨਾਇਆ ਜਾਊਗਾ। ਇਹਦੇ ਵਾਸਤੇ ਜਿੰਨੇ ਵੀ ਸੱਭਿਆਚਾਰਕ ਪ੍ਰੋਗਰਾਮ ਹੈ, ਰੰਗਾ ਰੰਗ ਪ੍ਰੋਗਰਾਮ ਹੈ, ਉਹ ਸਾਰੇ ਮੁਲਤਵੀ ਕਰ ਦਿੱਤੇ। ਔਰ 2 ਦਿਨ ਦੇ ਲਈ ਸਾਡੇ ਦੇਸ਼ ਦਾ ਤਿਰੰਗਾ ਝੰਡਾ ਜਿਹੜਾ ਉਹ ਨੀਵਾਂ ਰਹੂਗਾ। ਪੰਜਾਬ ਦੀ ਸਰਕਾਰ ਨੇ ਵੀ ਕੱਲ੍ਹ ਨੂੰ, ਕਿਉਂਕਿ ਬਾਦਲ ਸਾਹਿਬ ਦਾ ਸੰਸਕਾਰ ਹੈ, ਇਸ ਲਈ ਕੱਲ੍ਹ ਛੁੱਟੀ ਦਾ ਐਲਾਨ ਕਰ ਦਿੱਤਾ। ਕੱਲ੍ਹ ਨੂੰ ਛੁੱਟੀ ਹੋਊਗੀ ਸਾਰੇ ਪੰਜਾਬ ਦੇ ਸਾਰੇ ਦਫ਼ਤਰਾਂ ਦੇ ਵਿੱਚ। ਇਹ ਤੋਂ ਬਾਅਦ ਆਪਾਂ ਦੇਖੀਏ ਤਾਂ ਫਿਰ ਸ਼ਰਧਾਂਜਲੀਆਂ ਦਾ ਤਾਂਤਾ ਲੱਗ ਜਾਂਦਾ ਹੈ। ਅੱਜ ਉਚੇਚੇ ਤੌਰ 'ਤੇ ਪ੍ਰਧਾਨ ਮੰਤਰੀ ਸਾਹਿਬ ਸ਼ਰਧਾਂਜਲੀ ਭੇਟ ਕਰਨ ਵਾਸਤੇ ਆਉਂਦੇ ਹੈ। ਔਰ ਉਹ ਤੋਂ ਬਾਅਦ ਆਪਾਂ ਦੇਖੀਏ ਬਹੁਤ ਸਾਰੇ ਲੋਕ ਹੋਰ ਹੈ, BJP ਦੇ ਲੋਕ ਆ ਗਏ, ਕਈ ਮੁੱਖ ਮੰਤਰੀ ਵੀ ਆ ਗਏ ਹੈ, ਗਵਰਨਰ ਵੀ ਹੈਗੇ ਹੈ, ਬੜਾ ਕੁਛ ਹੈ। ਲੋਕਾਂ ਨੇ ਬਹੁਤ ਉਹਨਾਂ ਨੂੰ ਜਿਹੜੀ ਹੈਗੀ ਹੈ ਸ਼ਰਧਾਂਜਲੀ ਭੇਟ ਕੀਤੀ ਹੈ। ਸੋ ਇਹ ਉਹਨਾਂ ਦਾ ਹੱਕ ਬਣਦਾ ਸੀ, ਉਹਨਾਂ ਦਾ ਮਾਣ ਤਾਣ ਹੈ। ਮੇਰੇ ਯਾਦ ਹੈ ਇੱਕ ਵਾਰੀ ਸੁਨੀਲ ਜਾਖੜ ਹੋਰੀ ਵਿਰੋਧੀ ਧਿਰ ਦੇ ਆਗੂ ਹੁੰਦੇ ਸੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ, ਅਤੇ ਸੁਨੀਲ ਜਾਖੜ ਹੋਰਾਂ ਨੇ ਉਹਨਾਂ ਦੇ ਗੋਡੀ ਹੱਥ ਲਾਤੇ ਸੀ। ਉਹ ਤਸਵੀਰ ਕਿਸੇ ਨੇ ਚੱਕ ਕੇ ਪੋਸਟ ਕਰਤੀ ਸੀ ਕਿ ਜੀ ਆਹ ਦੇਖੋ। ਅਤੇ ਉਦੋਂ ਫਿਰ ਸੁਨੀਲ ਜਾਖੜ ਨੇ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਸਮਾਨ ਹੈ, ਇਹਨਾਂ ਦਾ ਸਟੇਟਸ ਐਡਾ ਵੱਡਾ ਹੈ, ਮੇਰੇ ਬਾਪ ਨਾਲ ਇਹਨਾਂ ਨੇ ਮਿਲ ਕੇ ਕੰਮ ਕੀਤਾ ਹੈ, ਇਸ ਲਈ ਮੇਰੀ ਇਹ ਡਿਊਟੀ ਬਣਦੀ ਸੀ, ਆਪ ਤੋਂ ਵੱਡੇ ਹੋਣ ਦੇ ਨਾਤੇ ਮੈਂ ਇਹਨਾਂ ਦੇ ਪੈਰੀ ਹੱਥ ਲਾਏ ਹੈ। ਅੱਜ ਵੀ ਜੇ ਆਪਾਂ ਦੇਖੀਏ ਜਿਹੜੇ ਬੰਦੇ ਉੱਥੇ ਆਏ ਹੈ, ਉਹਨਾਂ ਦੀ ਲਿਸਟ ਬਹੁਤ ਲੰਬੀ ਹੈ। ਉਸ ਲਿਸਟ ਦੇ ਵਿੱਚ ਆਪਾਂ ਦੇਖਦੇ ਹਾਂ ਵਿਜੇ ਰੂਪਾਨੀ ਸਾਬਕਾ ਮੁੱਖ ਮੰਤਰੀ ਹੈ ਗੁਜਰਾਤ ਦੇ। ਔਰ ਨਾਲ ਹੀ ਜੇ ਉਹਨਾਂ ਨੂੰ ਆਪਾਂ ਦੇਖੀਏ ਤਾਂ ਉਹ ਇਸ ਵੇਲੇ ਪੰਜਾਬ ਦੇ ਇੰਚਾਰਜ ਹੈ। ਜਿਹੜੀ ਇਹਨਾਂ ਦੀ ਜਲੰਧਰ ਵਾਲੀ ਚੋਣ ਹੋ ਰਹੀ ਹੈ, ਉਹਨੂੰ ਵੀ ਉਹ ਦੇਖ ਰਹੇ ਹੈ। ਉਹਨੂੰ ਦੇਖਣ ਦੇ ਨਾਲ ਜਿਹੜਾ ਹੈਗਾ ਤੁਹਾਡਾ ਪੰਜਾਬ ਦੇ ਵੀ ਉਹ ਇੰਚਾਰਜ ਹੈ। ਅਤੇ ਹੁਣ ਜਿਹੜੀ ਜੇ ਆਪਾਂ ਦੇਖੀਏ ਵੀ ਕੌਣ ਬੰਦੇ ਜਿਨ੍ਹਾਂ ਨੇ ਉਹਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਦੀ ਮੌਤ ਦੇ ਉੱਤੇ, ਜਿਹੜੇ ਹੈਗੇ ਰਾਹੁਲ ਗਾਂਧੀ ਨੇ ਕਿਹਾ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ
ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਦਾ ਜਿਹੜਾ ਸਮਾਚਾਰ ਹੈ ਮੇਰੇ ਲਈ ਬੜਾ ਦੁੱਖ ਵਾਲਾ ਹੈ। ਉਹਨਾਂ ਨੇ ਜੀਵਨ ਭਰ ਭਾਰਤ ਤੇ ਪੰਜਾਬ ਦੀ ਰਾਜਨੀਤੀ ਦੇ ਇੱਕ ਕੱਦਾਵਰ ਨੇਤਾ ਵਜੋਂ ਕੰਮ ਕੀਤਾ ਹੈ। ਰਾਹੁਲ ਗਾਂਧੀ ਲਿਖਦਾ ਵੀ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੇ ਜਿਹੜਾ ਹੈਗਾ ਸ਼ੋਕਗ੍ਰਸਤ ਪਰਿਵਾਰ ਨੂੰ ਤੇ ਉਹਨਾਂ ਦੇ ਜਿਹੜੇ ਜਿੰਨੇ ਵੀ ਰਿਸ਼ਤੇਦਾਰ ਹੈ, ਮੈਂ ਆਪਣੀਆਂ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਆਪਣੀਆਂ ਜਿਹੜੀਆਂ ਡੂੰਘੀਆਂ ਸੰਵੇਦਨਾਵਾਂ ਜ਼ਾਹਰ ਕਰਦਾ। ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈਗੇ ਹੈ ਮਿਸਟਰ ਜਗਤ ਪ੍ਰਕਾਸ਼ ਨੱਡਾ। ਜਗਤ ਪ੍ਰਕਾਸ਼ ਨੱਡਾ ਨੇ ਵੀ ਕਿਹਾ ਕਿ ਬਾਦਲ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ। ਮਲਕ ਅਰਜੁਨ ਖੜਗੇ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ, ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਆਪਣੀ ਜਿਹੜੀ ਹੈਗੀ ਹੈ ਭੇਜੀ ਹੈ ਕੰਡੋਲੈਂਸ ਜਿਹੜੀ ਭੇਜੀ ਹੈ। ਉਹ ਕਹਿੰਦੇ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵਾਸ ਏ ਵੈਟਰਨ ਆਫ ਇੰਡੀਅਨ ਪੋਲਿਟਿਕਸ although we differed in our ideologies, he earned immense respect among the people of Punjab for his simplicity and loyalty to his cadre, as he served multiple terms as CM. Our deepest condolence to his family. ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਦੁੱਖ ਪ੍ਰਗਟ ਕੀਤਾ ਬਾਦਲ ਸਾਹਿਬ ਦੇ ਜਾਣ ਤੇ ਉਹਨਾਂ ਨੇ ਵਾਹਿਗੁਰੂ ਨੂੰ ਇਹ ਅਰਦਾਸ ਕੀਤੀ ਹੈ ਕਿ ਬਾਦਲ ਸਾਹਿਬ ਨੂੰ ਆਪਣੀਆਂ ਚਰਨਾਂ ਦੇ ਵਿੱਚ ਸਥਾਨ ਦਿੱਤਾ ਜਾਵੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਾਮਨਾ ਕੀਤੀ ਹੈ ਕਿ ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਜਿਹੜਾ ਹੈਗਾ ਹੌਸਲਾ ਦੇਵੇ। ਵਾਹਿਗੁਰੂ ਕਰਕੇ ਫਿਰ ਉਹਨਾਂ ਨੇ ਆਪਣੀ ਗੱਲ ਬੰਦ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਕਿ ਬਾਦਲ ਸਾਹਿਬ ਦੇ ਜਿਹੜੇ ਸੁਰਗਵਾਸ ਹੋਣ ਦੀ ਖਬਰ ਜਿਹੜੀ ਹੈਗੀ ਹੈ ਮਿਲੀ ਹੈ ਤੇ ਵਾਹਿਗੁਰੂ ਉਹਨਾਂ ਨੂੰ ਆਪਣੀ ਜਿਹੜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਆਪਣੇ ਚਰਨਾਂ 'ਚ ਸਥਾਨ ਦੇਵੇ। ਮੇਰੀਆਂ ਜਿਹੜੀਆਂ ਸੰਵੇਦਨਾਵਾਂ ਕਹਿੰਦੇ ਵੀ ਸੁਖਬੀਰ ਬਾਦਲ ਜੀ ਤੇ ਉਹਨਾਂ ਦੇ ਪੂਰੇ ਪਰਿਵਾਰ ਦੇ ਨਾਲ ਹੈ। ਇਸੇ ਤਰੀਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਦਾ ਗਹਿਰਾ ਦੁੱਖ ਹੈ। ਮੇਰੀ ਬਾਦਲ ਸਾਹਿਬ ਨੂੰ ਚਾਹੁਣ ਵਾਲੇ ਅਤੇ ਪਰਿਵਾਰ ਪ੍ਰਤੀ ਡੂੰਘੀਆਂ ਸੰਵੇਦਨਾਵਾਂ ਹੈ। ਬਾਦਲ ਸਾਹਿਬ ਦਾ ਹਰ ਕੋਈ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਸਨਮਾਨ ਕਰਦਾ ਸੀ। ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ। ਇਸੇ ਤਰੀਕੇ ਦੇਖੀਏ ਤਾਂ ਯੋਗੀ ਆਦਿੱਤਿਆਨਾਥ ਜਿਹੜੇ ਯੂਪੀ ਦੇ ਮੁੱਖ ਮੰਤਰੀ ਹੈ, ਉਹਨਾਂ ਨੇ ਵੀ ਆਪਣਾ ਸ਼ੋਕ ਸੰਦੇਸ਼ ਭੇਜਿਆ ਹੈ। ਮਾਇਆਵਤੀ ਜਿਹੜੇ BSP ਦੇ ਕੌਮੀ ਪ੍ਰੈਜ਼ੀਡੈਂਟ ਹੈ, ਉਹਨਾਂ ਨੇ ਵੀ ਦੁੱਖ ਪ੍ਰਗਟ ਕੀਤਾ। ਚੰਦਰ ਬਾਬੂ ਨਾਇਡੂ ਦੱਖਣੀ ਭਾਰਤ ਦੇ ਬਹੁਤ ਵੱਡੇ ਲੀਡਰ ਹੈ ਔਰ ਇਹ ਬੜੇ ਲੰਬਾ ਸਮਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਹੈ। ਉਹਨਾਂ ਨੇ ਬਾਦਲ ਸਾਹਿਬ ਦੀ ਤਸਵੀਰ ਜਿਹੜੀ ਹੈ ਸਾਂਝੀ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਬਾਦਲ ਸਾਹਿਬ ਨੂੰ ਇੱਕ ਸੰਘਰਸ਼ਸ਼ੀਲ ਲੀਡਰ ਕਿਹਾ ਹੈ। ਔਰ ਸਾਡੇ ਜਿਹੜੇ ਰਾਜ ਸਭਾ ਦੇ ਮੈਂਬਰ ਹੈ ਔਰ ਕ੍ਰਿਕਟਰ ਹੈ ਹਰਭਜਨ ਸਿੰਘ ਭੱਜੀ, ਉਹਨਾਂ ਨੇ ਕਿਹਾ ਕਿ ਬਾਦਲ ਸਾਹਿਬ ਅਜਿਹੀ ਸ਼ਖਸੀਅਤ ਦੇ ਮਾਲਕ ਸੀ ਜਿਹੜੇ 24 ਘੰਟੇ ਜਿਹੜੇ ਖੁਸ਼ ਰਹਿੰਦੇ ਸੀ। ਔਰ ਸਿਮਰਤੀ ਇਰਾਨੀ ਨੇ ਕਿਹਾ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਕੱਦ ਸੀ ਬਾਦਲ ਸਾਹਿਬ ਦਾ, ਉਹ ਸਾਡੇ ਦਰਮਿਆਨ ਰਹੀ। ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਜਿਹੜੇ ਹੈਗੇ ਪੰਜਾਬ ਦੇ, ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਬਾਦਲ ਸਾਹਿਬ ਦੇ ਜਾਣ 'ਤੇ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਹੋਰਾਂ ਨੇ ਵੀ ਬਾਦਲ ਸਾਹਿਬ ਨੂੰ ਜਿਹੜਾ ਹੈਗਾ ਯਾਦ ਕਰਦਿਆਂ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਹੈ। ਇਸੇ ਤਰੀਕੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਔਰ ਤਾਮਿਲਨਾਡੂ ਦੇ ਮੁੱਖ ਮੰਤਰੀ MK ਸਟਾਲਿਨ ਨੇ ਵੀ ਆਪਣੀ ਉਹਨਾਂ ਨੂੰ ਜਿਹੜੀ ਹੈਗੀ ਹੈ ਸ਼ਰਧਾਂਜਲੀ ਭੇਟ ਕੀਤੀ ਹੈ। ਮਤਲਬ ਜਿੰਨੇ ਵੀ ਲੀਡਰ ਕਹਿ ਦਈਏ ਆਪਾਂ, ਲਗਭਗ ਸਾਰਿਆਂ ਨੇ। ਭਾਰਤੀ ਜਨਤਾ ਪਾਰਟੀ 'ਚ ਅੱਜ ਕੱਲ੍ਹ ਤੁਹਾਨੂੰ ਪਤਾ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੇ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਸੇ ਤਰੀਕੇ ਜੇ ਦੇਖੀਏ ਤਾਂ ਪੰਜਾਬ ਕਾਂਗਰਸ ਦੇ ਸਾਬਕਾ ਲੀਡਰ ਅਤੇ ਅੱਜ ਕੱਲ੍ਹ ਜਿਹੜੇ ਇਹਦੇ 'ਚ ਹੈਗੇ ਤੁਹਾਡੇ BJP ਦੇ ਵਿੱਚ ਸੁਨੀਲ ਜਾਖੜ ਹੋਰੀ, ਉਹਨਾਂ ਨੇ ਵੀ ਆਪਣੀ ਸ਼ਰਧਾਂਜਲੀ ਉਹਨਾਂ ਨੂੰ ਭੇਟ ਕੀਤੀ ਹੈ। ਸੋ ਜਿਹੜਾ ਵੱਡਾ ਕੱਦ ਸੀ ਬਾਦਲ ਸਾਹਿਬ ਦਾ, ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਮਾਣ ਸਨਮਾਨ ਪੰਜਾਬ ਦੇ ਅਤੇ ਦੇਸ਼ ਦੇ ਲੋਕਾਂ ਨੇ ਦਿੱਤਾ ਹੈ। ਜੀ ਕਰਦੇ ਹਾਂ ਮਾਨਯੋਗ ਸੁਪਰੀਮ ਕੋਰਟ ਦਾ ਤੇਲੰਗਾਨਾ ਤੇ ਕੇਂਦਰ ਸਰਕਾਰ ਦੇ ਵਕੀਲ ਆਪਸ 'ਚ ਕਹਿੰਦੇ ਭਿੜੇ ਆ, ਪੰਜਾਬੀ 'ਚ ਕਹਿੰਦੇ ਛਿੱਤਰੋ ਛਿੱਤਰੀ। ਚਲੋ ਆਪਾਂ ਐਡਾ ਸਖਤ ਸ਼ਬਦ ਤਾਂ ਨਹੀਂ ਇਸਤੇਮਾਲ ਕਰਦੇ, ਪਰ ਗੱਲ ਇਹ ਸੀ ਕਿ ਕੱਲ੍ਹ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਆਈ ਸੀ ਤੇਲੰਗਾਨਾ ਦੀ। ਤੇਲੰਗਾਨਾ ਨੇ ਪਟੀਸ਼ਨ ਸੁਪਰੀਮ ਕੋਰਟ 'ਚ ਕਿਉਂ ਪਾਈ ਸੀ, ਉਹਦਾ ਕਾਰਨ ਸੀ ਉਹਨਾਂ ਨੇ ਕਿਹਾ ਜੀ ਵੀ ਸਾਡੇ ਕਈ ਸਾਰੇ ਜਿਹੜੇ ਹੈਗੇ ਆ ਬਿੱਲ ਅਸੀਂ ਜਿਹੜੇ ਪਾਸ ਕਰਕੇ ਵਿਧਾਨ ਸਭਾ ਵੱਲੋਂ ਮਾਣਯੋਗ ਗਵਰਨਰ ਸਾਹਿਬ, ਜਿਨ੍ਹਾਂ ਨੂੰ ਲਾਟ ਸਾਹਿਬ ਵੀ ਕਹਿੰਦੇ ਹੁੰਦੇ ਸੀ ਅੰਗਰੇਜ਼ਾਂ ਦੇ ਜ਼ਮਾਨੇ 'ਚ, ਉਹਨਾਂ ਨੂੰ ਭੇਜ ਦਿੱਤੇ ਹੈ ਔਰ ਬੜੇ ਲੰਬੇ ਸਮੇਂ ਤੋਂ ਉਹ ਬਿੱਲ ਪੈਂਡਿੰਗ ਪਏ ਆ, ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ।
ਜਦੋਂ ਉਹਨਾਂ ਨੇ ਗੱਲ ਇਹ ਕਹੀ ਕਿ ਜੀ ਇਹਦਾ ਜਿਹੜਾ ਹੈਗਾ ਇਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਅਤੇ ਉਹਨਾਂ ਦੀ ਜਿਹੜੀ ਹੈਗੀ ਆਂਧਰਾ ਦੇ ਜਿਹੜੇ ਵਕੀਲ ਹੈਗੇ ਉਹ ਬਹੁਤ ਵੱਡੇ ਵਕੀਲ ਆ, ਬੜੇ ਸੀਨੀਅਰ ਵਕੀਲ ਹੈਗੇ, ਉਹਨਾਂ ਨੇ ਇਹ ਆਪਣਾ ਪੱਖ ਰੱਖਿਆ। ਤਾਂ ਫਿਰ ਜਿਹੜੇ ਭਾਰਤ ਸਰਕਾਰ ਦੇ ਵਕੀਲ ਆ, ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ, ਉਹਨਾਂ ਨੇ ਕਿਹਾ ਜੀ ਨਹੀਂ ਤੁਸੀਂ ਸਾਨੂੰ ਟਾਈਮ ਦਿਓ, ਅਜੇ ਤੱਕ ਅਸੀਂ ਇਹਦਾ ਜਵਾਬ ਫੇਰ ਦੇਵਾਂਗੇ। ਉਹ ਕਹਿੰਦਾ ਜੀ ਟਾਈਮ ਲੈ ਕੇ ਤਾਂ ਇਹ ਗੱਲ ਗਵਾਉਂਦੇ ਕਿੰਨਾ ਚਿਰ ਹੋ ਗਿਆ ਉਹਨਾਂ ਕੋਲ ਪਿਆ ਨੂੰ, ਇਹਦਾ ਫੈਸਲਾ ਹੋਣਾ ਚਾਹੀਦਾ ਕੋਈ ਨਾ ਕੋਈ, ਅਤੇ ਇਹਦਾ ਮਤਲਬ ਜਿਹੜੇ ਤੁਸੀਂ ਫੈਸਲਾ ਕਰੋ। ਉਹਨੇ ਫਿਰ ਕਿਹਾ ਵੀ ਨਹੀਂ ਜੀ ਨਹੀਂ, ਸਾਨੂੰ ਜਵਾਬ ਦੇਣ ਵਾਸਤੇ ਟਾਈਮ ਦੇ। ਅਤੇ ਉਹ ਕਹਿੰਦਾ ਜੀ ਇਹ ਤਾਂ ਫਿਰ ਇਸ ਹਿਸਾਬ ਨਾਲ ਮੰਗਦੇ ਹੀ ਰਹਿਣਗੇ। ਅਤੇ ਉਹ ਕਹਿੰਦਾ ਮੈਂ ਜ਼ਿੰਦਗੀ ਦੇ ਵਿੱਚ ਪਹਿਲਾ ਅਜਿਹਾ ਸਰਕਾਰੀ ਜਿਹੜਾ ਹੈਗਾ ਸੋਲਿਸਿਟਰ ਜਨਰਲ ਦੇਖਿਆ ਜਿਹੜਾ ਬੰਦਾ ਕੰਮ ਕਰਨ ਦੀ ਬਜਾਏ ਤਰੀਕਾ ਹੀ ਮੰਗਦਾ ਰਹਿੰਦਾ ਹੈ। ਇਹੋ ਜਿਹਾ ਮੈਂ ਕੋਈ ਬੰਦਾ ਹੀ ਨਹੀਂ ਦੇਖਿਆ। ਉਹਦੇ 'ਚ ਫਿਰ ਤੂੰ ਮੈਂ ਹੋ ਗਈ, ਜਿਵੇਂ ਫਿਰ ਆਪਣੇ ਪਿੰਡਾਂ ਦੇ ਵਿੱਚ ਬੀਬੀਆਂ ਲੜਦੀਆਂ ਹੁੰਦੀਆਂ ਗਲੀਆਂ 'ਚ ਖੜ੍ਹ ਕੇ, ਇੱਕ ਦੂਜੇ ਨੂੰ ਮਿਹਣੇ ਦੇਣ ਵਾਲੀ ਗੱਲ ਹੋ ਗਈ, ਅਤੇ ਸੁਪਰੀਮ ਕੋਰਟ ਦੇ ਵਿੱਚ ਸਥਿਤੀ ਬੜੀ ਅਕਵਰਡ ਹੋ ਗਈ ਸੀ। ਮਾਨਯੋਗ ਸੁਪਰੀਮ ਕੋਰਟ ਨੇ ਫਿਰ ਕਿਹਾ ਕਿ ਇਹ ਗੱਲ ਠੀਕ ਹੈ ਕਿ ਗਵਰਨਰ ਜਿਹੜਾ ਹੈਗਾ ਉਹ ਗਵਰਨਰ ਹੈ, ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਜੇ ਕੋਈ ਵਿਧਾਨ ਸਭਾ ਜਾਂ ਕੋਈ ਸਰਕਾਰ ਕੋਈ ਕਾਗਜ਼ ਤਿਆਰ ਕਰਕੇ ਕੋਈ ਡਾਕੂਮੈਂਟਸ ਉਹਨਾਂ ਦੇ ਕੋਲ ਭੇਜਦੇ ਆ ਅਤੇ ਉਹਨੂੰ ਉਹ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਉਹਨਾਂ ਨੂੰ ਫੈਸਲਾ ਲੈਣਾ ਹੀ ਪੈਣਾ ਗਵਰਨਰ ਨੂੰ, ਤੇ ਉਹ ਚਾਹੇ ਹਾਂ ਕਹੇ ਅਤੇ ਚਾਹੇ ਨਾ ਕਵੇ, ਚਾਹੇ ਉਹਨੂੰ ਮਨਜ਼ੂਰ ਕਰੇ ਅਤੇ ਚਾਹੇ ਉਹਨੂੰ ਨਾ ਮਨਜ਼ੂਰ ਕਰੇ, ਉਹਨੂੰ ਕਰਨਾ ਪੈਣਾ। ਲੇਕਿਨ ਲੰਬੇ ਸਮੇਂ ਲਈ ਤੁਸੀਂ ਰੱਖ ਕੇ ਬੈਠੇ ਰਹੋ, ਇਹ ਗੱਲ ਚੰਗੀ ਨਹੀਂ। ਦਲਵੀਰ ਜੀ ਮੈਂ ਤੁਹਾਡੇ ਯਾਦ ਕਰਾਉਣਾ, ਇੱਕ ਵਾਰੀ ਜਦੋਂ ਪੰਜਾਬ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਨੇ ਇੱਕ ਰੈਜੂਲੇਸ਼ਨ ਪਾਸ ਕੀਤਾ ਸੀ, ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਸੀ, ਉਦੋਂ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲਦਾ ਸੀ ਭਾਰਤ ਸਰਕਾਰ ਦੇ ਖਿਲਾਫ ਕਾਲੇ ਕਾਨੂੰਨਾਂ ਨੂੰ ਲੈ ਕੇ, ਔਰ ਉਹਨਾਂ ਕਾਲੇ ਕਾਨੂੰਨਾਂ ਦੇ ਸੰਬੰਧ ਵਿੱਚ ਜਦੋਂ ਇੱਕ ਮੀਟਿੰਗ ਬੁਲਾਈ ਸੀ, ਆਲ ਪਾਰਟੀ ਮੀਟਿੰਗ ਬੁਲਾਈ ਸੀ, ਵਿੱਚ ਕਿਸਾਨਾਂ ਨੂੰ ਵੀ ਬੁਲਾਇਆ ਸੀ, ਅਤੇ ਕਿਸਾਨਾਂ ਨੇ ਮੰਗ ਕੀਤੀ ਸੀਗੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਕਿ ਤੁਸੀਂ ਜਿਹੜਾ ਹੈਗਾ ਇਸ ਕਾਨੂੰਨ ਨੂੰ ਰੱਦ ਕਰੋ। ਤਾਂ ਆਪਣੀ ਵਿਧਾਨ ਸਭਾ ਨੇ ਉਹ ਕਾਨੂੰਨ ਰੱਦ ਕਰਤਾ ਸੀ ਕਿ ਜੀ ਅਸੀਂ ਇਸ ਕਾਨੂੰਨ ਨੂੰ ਲਾਗੂ ਨਹੀਂ ਕਰਾਂਗੇ। ਰੱਦ ਕਰਤਾ, ਰੱਦ ਕਰਕੇ ਉਹਨਾਂ ਨੇ ਭੇਜਣਾ ਸੀ ਗਵਰਨਰ ਕੋਲੇ, ਕਿਉਂਕਿ ਜੇ ਤੁਸੀਂ ਉਹਨੂੰ ਆਪਣੇ ਸੂਬੇ ਦੇ ਵਿੱਚ ਲਾਗੂ ਨਹੀਂ ਕਰਨਾ, ਰੱਦ ਕਰਦੇ ਹੋ, ਤਾਂ ਉਹਦੀ ਪ੍ਰਵਾਨਗੀ ਜਿਹੜੀ ਹੈ ਉਹ ਰਾਸ਼ਟਰਪਤੀ ਤੋਂ ਮਿਲਦੀ ਹੈ। ਰਾਸ਼ਟਰਪਤੀ ਨੂੰ ਸਿੱਧਾ ਭੇਜਿਆ ਨਹੀਂ ਜਾ ਸਕਦਾ ਬਿੱਲ। ਤਾਂ ਇਹ ਬਿੱਲ ਜਿਹੜਾ ਹੈਗਾ ਇਹ ਗਵਰਨਰ ਸਾਹਿਬ ਕੋਲੇ ਭੇਜਿਆ, ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਰਾਸ਼ਟਰਪਤੀ ਸਾਹਿਬ ਨੂੰ ਭੇਜੋ, ਅਤੇ ਬੜਾ ਲੰਬਾ ਸਮਾਂ ਬਿੱਲ ਉਹ ਪਿਆ ਰਿਹਾ, ਕਿਸੇ ਨੇ ਰਾਸ਼ਟਰਪਤੀ ਨੂੰ ਨਹੀਂ ਭੇਜਿਆ, ਅਤੇ ਮੇਰਾ ਖਿਆਲ ਸ਼ਾਇਦ ਅਜੇ ਤੱਕ ਵੀ ਨਾ ਭੇਜਿਆ ਹੋਵੇ। ਉਹ ਬਿੱਲ ਦੀ ਮੁੜ ਕੇ ਕੋਈ ਹਵਾ ਹੀ ਨਹੀਂ ਸੁਣੀ, ਕੋਈ ਖਬਰ ਹੀ ਨਹੀਂ ਸੁਣੀ। ਇਸ ਤਰੀਕੇ ਨਾਲ ਜੇ ਵਿਧਾਨ ਸਭਾਵਾਂ ਵੱਲੋਂ ਬਿੱਲ ਪਾਸ ਕੀਤੇ ਜਾਂਦੇ ਆ ਅਤੇ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲੈਣਾ, ਤਾਂ ਇਹ ਆਪਣੇ ਆਪ ਦੇ ਵਿੱਚ ਹੀ ਮਤਲਬ ਕੋਝਾ ਮਜ਼ਾਕ ਹੈ। ਇਹ ਕਿਹੜੀ ਲੋਕਤੰਤਰ ਹੈਗਾ? ਇਹੀ ਚੀਜ਼ ਜਿਹੜੀ ਹੈਗੀ ਹੈ ਤੁਹਾਡੀ ਬੰਗਾਲ ਦੇ ਵਿੱਚ ਵੀ ਹੁੰਦੀ ਰਹੀ ਹੈ, ਇਹੀ ਚੀਜ਼ ਤਾਮਿਲਨਾਡੂ ਦੇ ਵਿੱਚ ਹੁੰਦੀ ਰਹੀ ਹੈ। ਦਿੱਲੀ ਵਾਲਿਆਂ ਦਾ ਤਾਂ ਖੈਰ 36 ਦਾ ਅੰਕੜਾ ਗਵਰਨਰ ਦੇ ਨਾਲ ਤੂੰ ਮੈਂ ਹੁੰਦੀ ਰਹਿੰਦੀ ਹੈ। ਆਪਣੇ ਵੀ ਇੱਥੇ ਪੰਜਾਬ ਦੇ ਵਿੱਚ ਵੀ ਕਈ ਵਾਰੀ ਆਪਾਂ ਦੇਖਿਆ ਵੀ ਚਿੱਠੀ ਪੱਤਰ ਇੱਕ ਦੂਜੇ ਨੂੰ ਲਿਖ ਦਿੰਦੇ, ਉਹ ਆਪਦੀ ਥਾਂ ਦੇ ਉੱਤੇ ਹੈ, ਪਰ ਇਹ 'ਤੇ ਕੋਈ ਫੈਸਲਾ ਤਾਂ ਲੈਣਾ ਚਾਹੀਦਾ ਸੀ। ਖੈਰ ਛਿੱਤਰੋ ਛਿੱਤਰੀ ਵਾਲੀ ਗੱਲ ਤੁਹਾਡੀ ਠੀਕ ਹੈ ਕਿ ਵਕੀਲਾਂ ਨੇ ਆਪਣਾ ਗੁੱਬ ਗਵਾਟ ਕੱਢਿਆ, ਪਰ ਦੂਜੇ ਪਾਸੇ ਹੁਣ ਸੁਪਰੀਮ ਕੋਰਟ ਨੇ ਹਦਾਇਤ ਕਰਤੀ ਕਿ ਤੁਹਾਨੂੰ ਇਹ ਫੈਸਲਾ ਕਰਨਾ ਹੀ ਪੈਣਾ, ਹਾਂ ਕਰੋ ਜਾਂ ਨਾ ਕਰੋ। ਔਰ ਇਹ ਜੇ ਆਪਾਂ ਦੇਖੀਏ ਫੈਡਰਲ ਢਾਂਚੇ ਦੇ ਮੁਤਾਬਕ ਜਿਹੜਾ ਸਾਡੇ ਦੇਸ਼ ਦਾ ਫੈਡਰਲਿਜ਼ਮ ਹੈ, ਉਹਦੇ ਲਈ ਇੱਕ ਚੰਗਾ ਸ਼ੁਭ ਸੰਕੇਤ ਹੈ। ਇਹਦੇ ਲਈ ਮਾਣਯੋਗ ਸੁਪਰੀਮ ਕੋਰਟ ਦਾ ਅਸੀਂ ਧੰਨਵਾਦ ਕਰਦੇ ਹਾਂ। ਪਰ ਗੱਲ ਇਹ ਹੈ ਕਿ ਜਿਹੜਾ ਪਹਿਲਾਂ ਇਹ ਨੈਰੇਟਿਵ ਬਣਿਆ ਹੋਇਆ ਹੈ ਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ, ਮੋਦੀ ਸਰਕਾਰ ਨੇ ਕੰਸਟੀਟਿਊਸ਼ਨਲ ਸੰਸਥਾਵਾਂ, ਇੰਸਟੀਟਿਊਸ਼ਨਸ, ਜਿਹਦੇ ਵਿੱਚ ਸੁਪਰੀਮ ਕੋਰਟ ਵੀ ਆਉਂਦੀ ਹੈ, ਇਹਨਾਂ ਨੂੰ ਬਿਲਕੁਲ ਰੀੜ੍ਹ ਦੀ ਹੱਡੀ ਰਹਿਤ ਕਰ ਦਿੱਤਾ ਹੈ। ਇਹਨਾਂ ਦਾ ਸਾਥ ਕੱਢਿਆ ਹੋਇਆ, ਤਨ ਤੇ ਇਹਨਾਂ 'ਚ ਰਿਹਾ ਨਹੀਂ, ਕਾਗਜ਼ਾਂ ਪੱਤਰਾਂ ਦੇ ਵਿੱਚ ਹੈਗਾ। ਅਤੇ ਜੇ ਸੁਪਰੀਮ ਕੋਰਟ ਦੇ ਵਿੱਚ ਆ ਕੇ ਸਰਕਾਰ ਦਾ ਵਕੀਲ ਇਹ ਕਹਿੰਦੇ ਜੀ ਮੈਨੂੰ ਤਾਂ ਟਾਈਮ ਹੀ ਦੇ ਦਿਓ, ਉਹ ਵਾਰੀ ਟਾਈਮ ਹੀ ਮੰਗੀ ਜਾਵੇ, ਤਾਂ ਇਹਦੇ 'ਤੇ ਫਿਰ ਜਿਹੜਾ ਫਿਕਰ ਤਾਂ ਥੋੜ੍ਹਾ ਹੁੰਦਾ ਹੈ ਜੀ। ਦਿੱਲੀ ਦਾ ਹੀ ਰੁਖ ਕਰਦੇ ਹਾਂ ਜੀ, ਤੇ ਮਨੀਸ਼ ਸਿਸੋਦੀਆ ਦੀ ਪਤਨੀ ਦੀ ਹਾਲਤ ਵਿਗੜ ਗਈ ਹੈ, ਹਸਪਤਾਲ 'ਚ ਦਾਖਲ ਕਰਾਇਆ ਜੀ, ਕੀ ਹੈ ਪੂਰਾ ਮਾਮਲਾ? ਦੇਖੋ, ਮਨੀਸ਼ ਸਿਸੋਦੀਆ ਦੀ ਪਤਨੀ ਬਿਮਾਰ ਹੈ। ਮਨੀਸ਼ ਸਿਸੋਦੀਆ ਦੀ ਕਈ ਵਾਰੀ ਪੁੱਛਗਿੱਛ ਕੀਤੀ ਸੀ CBI ਨੇ, ਔਰ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਵਗੈਰਾ ਵੀ ਕੀਤੀ ਸੀ, ਲੇਕਿਨ ਕੁਛ ਮਿਲਿਆ ਨਹੀਂ ਸੀ। ਵਾਰੀ ਇਹ ਗੱਲ ਕਹਿੰਦੇ ਰਹੇ ਹੈ ਆਪਣੇ ਕੇਜਰੀਵਾਲ ਸਾਹਿਬ ਕਿ ਜੀ ਉਹਦੇ ਸਾਰੇ ਕੁਛ ਫਰੋਲ ਲਿਆ ਅਤੇ ਉਹਦੇ ਘਰੋਂ ਕੱਖ ਨਹੀਂ ਨਿਕਲਿਆ। ਕਈ ਵਾਰੀ ਤਾਂ ਉਹ ਇਹ ਕਹਿੰਦੇ ਸੀਗੇ ਕਿ ਸਵਾਏ ਉੱਥੇ ਮਫਲਰਾਂ ਤੋਂ ਹੋਰ ਕੁਛ ਵੀ ਨਹੀਂ ਨਿਕਲਿਆ, ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਸੀ। ਪਰ ਜਦੋਂ ਉਹਨਾਂ ਨੂੰ ਜੇਲ੍ਹ ਜਾਣਾ ਪਿਆ, ਉਹਨਾਂ ਨੇ ਕਿਹਾ ਜੀ ਠੀਕ ਹੈ ਮੈਂ ਜਾ ਰਿਹਾ, ਮੈਨੂੰ ਤਾਂ ਹੁਣ ਜਿਹੜਾ ਉਹਨਾਂ ਨੇ ਕਹਿਤਾ ਵੀ ਤੁਹਾਨੂੰ ਅਸੀਂ ਫੜਦੇ ਜੇਲ੍ਹ ਜਾ ਰਹੇ ਸੀ, ਤਾਂ ਉਦੋਂ ਇਹਨਾਂ ਨੇ ਫਿਰ ਸਿਸੋਦੀਆ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਮੇਰੇ ਘਰ ਵਾਲੀ ਜਿਹੜੀ ਹੈਗੀ ਆ ਬਿਮਾਰ ਹੈ, ਅਤੇ ਮੈਂ ਤਾਂ ਭਾਈ ਹੁਣ ਚੱਲਿਆ ਜੇਲ੍ਹ ਨੂੰ, ਅਤੇ ਮੇਰੇ ਪਰਿਵਾਰ ਦਾ, ਮੇਰੇ ਘਰ ਵਾਲੀ ਦਾ ਖਿਆਲ ਜਿਹੜਾ ਰੱਖਣਾ
ਉਹ ਜਾਂ ਤਾਂ ਦਿੱਲੀ ਦੇ ਲੋਕਾਂ ਨੇ ਰੱਖਣਾ ਤੇ ਜਾਂ ਜਿਹੜੇ ਹੈਗੇ ਹੈ ਮੇਰੀ ਪਾਰਟੀ ਵਾਲਿਆਂ ਨੇ ਰੱਖਣਾ। ਤੁਹਾਡੇ ਯਾਦ ਹੋਣਾ ਫਿਰ ਉਸ ਵੇਲੇ ਅਰਵਿੰਦ ਕੇਜਰੀਵਾਲ ਜਿਹੜੇ ਕੌਮੀ ਕਨਵੀਨਰ ਹੈ ਭਾਰਤੀ ਜਨਤਾ ਪਾਰਟੀ ਦੇ, ਉਹ ਤੇ ਉਹਨਾਂ ਦੇ ਨਾਲ ਹੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਇਹ ਦੋਨੋਂ ਗਏ ਸੀ। ਇਹਨਾਂ ਨੇ ਜਾ ਕੇ ਉੱਥੇ ਹਮਦਰਦੀ ਪ੍ਰਗਟ ਕੀਤੀ ਸੀ ਕਿ ਅਸੀਂ ਤੁਹਾਡੇ ਨਾਲ ਹਾਂ, ਕੋਈ ਗੱਲ ਨਹੀਂ ਜੀ, ਅਸੀਂ ਤੁਹਾਡੀ ਹਰ ਕਿਸਮ ਦੀ ਮਦਦ ਕਰਾਂਗੇ। ਹੁਣ ਪਤਾ ਲੱਗਿਆ ਕਿ ਕਿਉਂਕਿ ਇੱਕ ਤਾਂ ਵੈਸੀ ਬੰਦਾ ਉਧਰ ਜਾਂਦਾ ਹੈ ਜਦੋਂ ਘਰ ਵਾਲਾ ਘਰੇ ਨਾ ਹੋਵੇ ਔਰ ਇਸ ਕਿਸਮ ਦੇ ਹਾਲਾਤ ਬਣ ਜਾਣ, ਜ਼ਮਾਨਤ ਪਤਾ ਨਹੀਂ ਕਦੋਂ ਮਿਲਣੀ ਹੈ, ਕਿਉਂਕਿ ਵਾਰੀ ਉਹ ਐਪਲੀਕੇਸ਼ਨਾਂ ਪਾਈ ਜਾਂਦੇ ਹੈ, ਲੇਕਿਨ ਉਹਨਾਂ ਐਪਲੀਕੇਸ਼ਨਾਂ ਦੇ ਉੱਤੇ ਕੋਈ ਫੈਸਲਾ ਹਜੇ ਤੱਕ ਨਹੀਂ ਹੋ ਰਿਹਾ। ਇੱਕੋ ਬਿਮਾਰ ਬੀਬੀ ਪਹਿਲਾਂ ਹੀ ਸੀ ਅਤੇ ਕੱਲ੍ਹ ਅਚਾਨਕ ਉਹਨਾਂ ਦੀ ਜਿਹੜੀ ਹੈ ਤਬੀਅਤ ਖਰਾਬ ਹੋ ਗਈ। ਉਸ ਤਬੀਅਤ ਦੇ ਖਰਾਬ ਹੋਣ ਤੋਂ ਬਾਅਦ ਫਿਰ ਉਹਨਾਂ ਨੂੰ ਕਿਸੇ ਵੱਡੇ ਹਸਪਤਾਲ ਲਿਜਾਇਆ ਗਿਆ ਔਰ ਉਸ ਵੱਡੇ ਹਸਪਤਾਲ ਦੇ ਵਿੱਚ ਲਿਜਾ ਕੇ ਇਲਾਜ ਵਗੈਰਾ ਉਹਨਾਂ ਦਾ ਹੋ ਰਿਹਾ। ਪਰ ਜਿਹੜੀ ਉਹਨਾਂ ਨੂੰ ਬਿਮਾਰੀ ਹੈ, ਹੁਣ ਉਹ ਬਿਮਾਰੀ ਦਾ ਅਸਲ ਤਾਂ ਨਹੀਂ ਆਪਾਂ ਨੂੰ ਪਤਾ ਕਿ ਬਿਮਾਰੀ ਦਾ ਨਾਂ ਕੀ ਹੈ, ਕਿਉਂਕਿ ਉਹ ਨਾਂ ਬੜਾ ਕਲੱਲਾ ਜਿਹਾ ਛੇਤੀ ਕਿਤੇ ਜ਼ਬਾਨ 'ਤੇ ਚੜ੍ਹਦਾ ਨਹੀਂ। ਪਰ ਉਹ ਬਿਮਾਰੀ ਇਹ ਹੈ ਕਿ ਬੰਦੇ ਦਾ ਜਿਹੜਾ ਬ੍ਰੇਨ ਹੈ ਅਤੇ ਰੀੜ੍ਹ ਦੀ ਹੱਡੀ ਹੈ, ਇਹਦੇ ਦਰਮਿਆਨ ਲਾ ਜਿਹੜਾ ਕੁਨੈਕਸ਼ਨ ਹੈ, ਇਹ ਕੁਨੈਕਸ਼ਨ ਕਿਸੇ ਨਾ ਕਿਸੇ ਤਰੀਕੇ ਪ੍ਰਭਾਵਿਤ ਹੁੰਦਾ ਹੈ ਅਤੇ ਕਈ ਵਾਰੀ ਕੰਮ ਵੀ ਛੱਡ ਦਿੰਦਾ ਹੈ। ਆਪਾਂ ਜਾਣਦੇ ਹਾਂ ਕਿ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਉਹ ਹੁੰਦੀ ਹੈ ਰੀੜ੍ਹ ਦੀ ਹੱਡੀ, ਅਤੇ ਜੇ ਰੀੜ੍ਹ ਦੀ ਹੱਡੀ ਕੰਮ ਕਰਨਾ ਛੱਡ ਦੇਵੇ ਤਾਂ ਬੜਾ ਮੁਸ਼ਕਿਲ ਹੈ, ਅਤੇ ਜੇ ਰੀੜ੍ਹ ਦੀ ਹੱਡੀ ਦੇ ਨਾਲ ਕੁਨੈਕਸ਼ਨ ਟੁੱਟ ਜੇ ਇਹ ਹੋਰ ਵੀ ਮਾੜੀ ਗੱਲ ਹੈ। ਇਹਦੇ ਵਾਸਤੇ ਮੈਂ ਹੁਣ ਆਹੀ ਕੱਢੀ ਜਾਂਦਾ ਸੀ, ਦੇਖ ਰਿਹਾ ਸੀ ਕਿ ਉਸ ਬਿਮਾਰੀ ਦਾ ਨਾਂ ਕੀ ਹੈ। ਉਸ ਬਿਮਾਰੀ ਦਾ ਜਿਹੜਾ ਨਾਂ ਹੈਗਾ ਜੀ, ਉਹ ਬਿਮਾਰੀ ਉਹਦਾ ਨਾਂ ਹੈਗਾ ਮਲਟੀਪਲ ਸਕਲੇਰੋਸਿਸ। ਇਹ ਬਿਮਾਰੀ ਹੈ, ਇਹ ਕਹਿੰਦੇ ਇਨਸਾਨ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਨੂੰ ਅਯੋਗ ਕਰਨ ਵਾਲੀ ਗੰਭੀਰ ਬਿਮਾਰੀ ਹੈ ਔਰ ਇਹ ਸਰੀਰ ਦੀ ਇਮਿਊਨ ਪ੍ਰਣਾਲੀ ਹੈ ਜਿਹੜੀ ਉਹਨੂੰ ਪ੍ਰਭਾਵਿਤ ਕਰਦੀ ਹੈ। ਇਹ ਮਾਈਲਿਨ 'ਤੇ ਹਮਲਾ ਕਰਦੀ ਹੈ। ਮਲਟੀਪਲ ਸਕਲੇਰੋਸਿਸ ਨਰਵ ਫਾਈਬਰਸ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਹ ਦਿਮਾਗ ਅਤੇ ਸਰੀਰ ਦੇ ਬਾਕੀ ਹਿੱਸਿਆਂ ਦੇ ਵਿਚਕਾਰ ਤਾਲਮੇਲ ਨੂੰ ਤੋੜਨ ਵਿੱਚ ਇੱਕ ਮੁੱਖ ਭੂਮਿਕਾ ਨਿਭਾਉਂਦੀ ਹੈ, ਜੋ ਕਿ ਰੋਗੀ ਦੇ ਨਸਾਂ ਦੇ ਰੇਸ਼ਿਆਂ ਦੇ ਸਥਾਈ ਨੁਕਸਾਨ ਜਾਂ ਵਿਗਾੜ ਦਾ ਕਾਰਨ ਬਣਦਾ ਹੈ। ਮਤਲਬ ਜੇ ਇਸ ਹਿਸਾਬ ਨਾਲ ਦੇਖੀਏ ਤਾਂ ਇਹ ਬਹੁਤ ਖਤਰਨਾਕ ਬਿਮਾਰੀ ਹੈ ਔਰ ਇਸ ਬਿਮਾਰੀ ਦਾ ਇਲਾਜ ਇਹ ਠੀਕ ਹੈ ਕਿ ਹਸਪਤਾਲ ਦੇ ਵਿੱਚ ਉਹਨਾਂ ਨੂੰ ਪਹੁੰਚਾਤਾ, ਡਾਕਟਰ ਉਹਨਾਂ ਦਾ ਇਲਾਜ ਕਰ ਰਹੇ, ਪਰ ਦਲਵੀਰ ਜੀ ਇਲਾਜ ਕਿੱਡਾ ਹੀ ਵਧੀਆ ਹੁੰਦਾ ਹੋਵੇ ਜਦੋਂ ਬੰਦੇ ਦੇ ਪਰਿਵਾਰਕ ਮੈਂਬਰ ਜਾਂ ਖਾਸ ਕਰਕੇ ਜੀਵਨ ਸਾਥੀ ਨਾ ਹੋਵੇ, ਉਦੋਂ ਫਿਰ ਉਹਨੂੰ ਜਿਹੜਾ ਹੈਗਾ ਤੰਦਰੁਸਤ ਹੋਣ ਦੇ ਵਿੱਚ ਥੋੜ੍ਹੀ ਮੁਸੀਬਤ ਪੈਂਦੀ ਹੈ, ਅੜਿੱਕਾ ਲੱਗਦਾ ਹੈ। ਔਰ ਇਹ ਆਪਣੇ ਯਾਦ ਹੋਣਾ, ਤੁਸੀਂ ਦੇਖਿਆ ਹੋਣਾ ਵੀ ਕਿ ਜਦੋਂ ਨਵਜੋਤ ਸਿੱਧੂ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਅਚਨਚੇਤ ਉਹਨਾਂ ਦੀ ਵਾਈਫ ਇੱਕ ਟਵੀਟ ਕਰਦੀ ਹੈ ਕਿ ਮੈਥੋਂ ਹੁਣ ਹੋਰ ਵੇਟ ਨਹੀਂ ਹੁੰਦਾ, ਮੈਂ ਤੁਹਾਨੂੰ ਹੋਰ ਉਡੀਕ ਨਹੀਂ ਕਰ ਸਕਦੀ, ਅਤੇ ਉਹਨੇ ਆਪਣੀ ਸਰਜਰੀ ਕਰਵਾ ਲਈ ਸੀ। ਅਤੇ ਫਿਰ ਉਹਨੇ ਦੱਸਿਆ ਕਿ ਸਰਜਰੀ ਮੈਨੂੰ ਇਸ ਕਰਕੇ ਕਰਵਾਉਣੀ ਪੈ ਰਹੀ ਹੈ ਕਿਉਂਕਿ ਇਹ ਕੈਂਸਰ ਦੀ ਦੂਜੀ ਸਟੇਜ ਹੈ। ਇਹ ਆਪਾਂ ਤਾਂ ਮੈਂ ਦਲੇਰੀ ਸਮਝਦਾ ਨਵਜੋਤ ਸਿੱਧੂ ਦੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਹੈ ਉਹਨਾਂ ਨੇ ਕੋਈ ਛੁੱਟੀ ਨਹੀਂ ਲਈ ਸੀ। ਹੁਣ ਵੀ ਜਦੋਂ ਬਾਹਰ ਆ ਰਹੇ ਅਤੇ ਬਾਹਰ ਆ ਕੇ ਗੱਲ ਕਰਦੇ, ਉਹ ਕਹਿੰਦੇ ਵੀ ਕੇਸ ਤਾਂ ਮੇਰਾ ਕੋਈ ਬਾਹਲਾ ਵੱਡਾ ਨਹੀਂ ਸੀ, 323 ਦਾ ਕੇਸ ਸੀ, ਚਲੋ ਮੈਨੂੰ ਸਜ਼ਾ ਹੋ ਗਈ, ਮੈਂ 1 ਸਾਲ ਅੰਦਰ ਲਾਇਆ ਆਇਆ, ਲੇਕਿਨ ਮੈਂ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ। ਮੈਂ ਆਪਣੀ ਜਿਹੜੀ ਹੈਗੀ ਆ ਜੋ ਮੈਨੂੰ ਸਜ਼ਾ ਮਿਲੀ ਹੈ ਉਹ ਭੁਗਤੀ ਹੈ। ਹੁਣ ਵੀ ਮੈਂ ਪਰਿਵਾਰ ਦੀ ਬਜਾਏ ਪੰਜਾਬ ਨੂੰ ਸਮਰਪਿਤ ਹਾਂ। ਖਰੇ ਲੀਡਰ ਕਹਿੰਦੇ ਹੁੰਦੇ ਆ ਵੀ ਸਮਰਪਿਤ ਹਾਂ, ਪਰ ਬਿਮਾਰੀ ਦਾ ਜਿਹੜਾ ਹੁਣ ਸਿਲਸਿਲਾ ਹੈ ਇਸ ਵੇਲੇ ਜਿਹੜੀ ਉਹ ਬੀਬੀ ਮਤਲਬ ਥੋੜ੍ਹਾ ਠੀਕ ਹੋ ਰਹੀ ਹੈ, ਤੰਦਰੁਸਤ ਹੋ ਰਹੀ ਹੈ, ਲਗਭਗ ਉਹੀ ਸਥਿਤੀ ਇਸ ਪਾਸੇ ਹੈ ਜੀ। ਢਿੱਲੋਂ ਸਾਹਿਬ, ਚਰਚਿਤ ਖਬਰਾਂ ਤੇ ਤੁਹਾਡੀ ਟਿਕਾ ਟਿੱਪਣੀ ਦੀ ਰੇਡੀਓ ਪੰਜਾਬ ਟੁਡੇ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਸ਼ੁਕਰੀਆ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਮੁੱਕਦਾ ਹੈ। ਦਲਬੀਰ ਬਰਾੜ ਚਾਹੁੰਦਾ ਆ ਗਿਆ। ਸੁਣਦੇ ਰਹੋ ਰੇਡੀਓ ਪੰਜਾਬ ਟੁਡੇ ਦੇ ਬਾਕੀ ਰਹਿੰਦੇ ਪ੍ਰੋਗਰਾਮ।